ਕੀਤਾ ਪਹਿਲਾ। ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ। ਫਿੱਕਾ ਦਰਗੇ ਸੱਟੀਏ ਮੋਹ ਥੁੱਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 20ਵੀਂ ਪੌੜੀ ਦੇ ਨਾਲ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਪਹਿਲਾ ਸ਼ਲੋਕ, ਜਿਸ ਦੇ ਸਤਿਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਜੋ ਜ਼ਬਾਨ ਨਾਲ ਐਸੇ ਬੋਲ ਬੋਲਦਾ ਹੈ ਜਿਨ੍ਹਾਂ ਵਿੱਚ ਰਸ ਨਹੀਂ, ਸਵਾਦ ਨਹੀਂ, ਮਿਠਾਸ ਨਹੀਂ, ਬਲਕਿ ਇਤਨੇ ਫਿੱਕੇ ਕਿ ਸੁਣਨ ਵਾਲਾ ਵੀ ਫਿੱਕਾ ਹੋ ਜਾਏ, ਉਹਦੀ ਤਬੀਅਤ ਦੇ ਵਿੱਚ ਵੀ ਬਦਮਜ਼ਗੀ ਪੈਦਾ ਹੋ ਜਾਏ ਔਰ ਬੋਲ ਕੇ ਖੁਦ ਵੀ ਫਿੱਕਾ ਹੋ ਜਾਏ, ਉਹਦੇ ਆਪਣੇ ਆਪ ਦੇ ਵਿੱਚ ਵੀ ਬਦਮਜ਼ਗੀ ਪੈਦਾ ਹੋ ਜਾਏ, ਤਾਂ ਸਾਹਿਬ ਕਹਿੰਦੇ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ। ਇਹ ਜੋ ਗੱਲ ਆਖੀ ਹੈ ਕਿ ਤਨ ਮਨ ਫਿੱਕਾ ਹੋਏ, ਫਿੱਕੇ ਬੋਲ ਨਾਲ ਪਹਿਲੇ ਤੇ ਮਨ ਵਿੱਚ ਬੇਰਸੀ ਪੈਦਾ ਹੁੰਦੀ ਹੈ ਤੇ ਮਨ ਦੀ ਉਸ ਬੇਰਸੀ ਦਾ ਤਨ ਦੇ ਉੱਤੇ ਪ੍ਰਭਾਵ ਪੈਂਦਾ ਹੈ। ਤਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੋਗ ਉਤਪੰਨ ਹੋ ਜਾਂਦੇ ਨੇ ਉਸ ਮਨੁੱਖ ਦੇ ਜਿਹਦੀ ਜ਼ਬਾਨ ਦੇ ਵਿੱਚ ਫਿੱਕਿਆਈ ਹੈ। ਉਹਦਾ ਅਸਰ ਮਨ ਤੇ ਹੈ, ਫਿਰ ਉਸ ਦਾ ਅਸਰ ਤਨ ਤੇ ਹੈ। ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਦੀਏ ਫਿੱਕੈ ਫਿੱਕੀ ਸੋਏ। ਫਿਰ ਹੋਰ ਵੀ ਗੱਲ ਹੈ ਇਸ ਤਰ੍ਹਾਂ ਦਾ ਜੋ ਰੁੱਖਾ ਬੋਲਣ ਵਾਲਾ ਹੈ, ਫਿੱਕਾ ਬੋਲਣ ਵਾਲਾ ਹੈ, ਆਖਰੇ ਜਗਤ ਦੇ ਵਿੱਚ ਵੀ ਇੱਕ ਗੱਲ ਪ੍ਰਚਲਿਤ ਹੋ ਜਾਂਦੀ ਹੈ ਵੀ ਇਹ ਬੰਦਾ ਬਹੁਤ ਫਿੱਕਾ ਹੈ, ਇਹ ਮਨੁੱਖ ਬਹੁਤ ਰੁੱਖਾ ਹੈ, ਰੁੱਖਾ ਬੋਲਦਾ ਹੈ। ਔਰ ਉਸ ਦੀ ਸਮੁੱਚੇ ਜਗਤ ਦੇ ਵਿੱਚ ਜਿਹੜੀ ਚਰਚਾ ਹੁੰਦੀ ਹੈ ਫਿੱਕੇ ਫਿੱਕੀ ਸੋਏ, ਉਹਦੀ ਸ਼ੋਭਾ ਵੀ ਫਿੱਕੀ, ਭਾਵ ਉਸ ਦੀ ਸ਼ੋਭਾ ਦੇ ਵਿੱਚ ਰਸ ਨਹੀਂ। ਉਹਦਾ ਨਾਮ ਲੋਕੀ ਬੇਰਸੇ ਢੰਗ ਨਾਲ ਲੈਂਦੇ ਨੇ, ਕਿਉਂ ਕਿ ਉਹ ਜਿਤਨੇ ਬੋਲ ਬੋਲਦਾ ਹੈ ਉਹਦੇ 'ਚ ਕੋਈ ਮਿਠਾਸ ਨਹੀਂ, ਉਹਦੇ 'ਚ ਕੋਈ ਸਵਾਦ ਨਹੀਂ। ਰਸਨਾ ਪਰਿਪੂਰਨ ਪਰਮਾਤਮਾ ਨੇ ਜਿਹੜੀ ਦਿੱਤੀ ਹੈ ਔਰ ਇਸ ਦਾ ਜੋ ਨਾਮ ਸਾਡੇ ਦੇਸ਼ ਦੇ ਵਿੱਚ ਰੱਖਿਆ ਗਿਆ ਰਸਨਾ, ਰਸ ਦੀ ਖਾਣ, ਸਵਾਦ ਦੀ ਖਾਣ। ਦਰਅਸਲ ਐਸਾ ਹੀ ਨਹੀਂ ਕਿ ਰਸਨਾ ਭੋਜਨ ਦਾ ਸਵਾਦ ਮਾਣਦੀ ਹੈ, ਰਸਨਾ ਆਪਣੇ ਬੋਲਾਂ ਨਾਲ ਰਸ ਵੰਡ ਵੀ ਸਕਦੀ ਹੈ, ਰਸ ਲੈ ਵੀ ਸਕਦੀ ਹੈ। ਰਸਨਾ ਦੇ ਵਿੱਚ ਖੁਦ ਵੀ ਰਸ ਹੈ। ਇਹਨੂੰ ਭੋਜਨ ਜਾਂ ਹੋਰ ਸਵਾਦਿਸ਼ਟ ਪਦਾਰਥ ਬਾਹਰ ਦੇ ਰਸ ਦੇਣ, ਇਹ ਕੋਈ ਲਾਜ਼ਮੀ ਨਹੀਂ। ਰਸਨਾ ਦੇ ਸਵੈਮ ਵੀ ਰਸ ਹੈ, ਬੜਾ ਭਾਰੀ ਸਵਾਦ ਹੈ। ਅਗਰ ਇਹ ਮਿੱਠਾ ਬੋਲੇ ਤਾਂ ਸਵਾਦ ਹੈ, ਰਸਨਾ ਰਸ ਨਾਲ ਭਰ ਜਾਂਦੀ ਹੈ। ਅਗਰ ਇਹ ਐਸਾ ਬੋਲੇ ਕਿ ਲੋਕਾਂ ਦੇ ਦਿਲ ਦਿਮਾਗ ਸੀਤਲ ਹੋ ਜਾਣ, ਸ਼ਾਂਤ ਹੋ ਜਾਣ, ਤਾਂ ਉਸ ਬੋਲ ਦੇ ਵਿੱਚ ਬੜਾ ਸਵਾਦ ਹੈ। ਜ਼ਬਾਨ ਦੇ ਵਿੱਚ ਇੱਕ ਬੋਲੇ ਹੋਇਆ ਬੋਲ ਅਗਲੇ ਨੂੰ ਗਰਮਾ ਦਿੰਦਾ ਹੈ। ਤਾਂ ਇੱਕ ਬੋਲ ਜੇ ਅਗਲੇ ਦੀ ਤਬੀਅਤ ਦੇ ਵਿੱਚ ਗਰਮੀ ਪੈਦਾ ਕਰ ਦਿੰਦਾ ਹੈ, ਇੱਕ ਬੋਲ ਅਗਲੇ ਨੂੰ ਸ਼ਾਂਤ ਵੀ ਕਰ ਸਕਦਾ ਹੈ। ਬੋਲਾਂ ਦੇ ਵਿੱਚ ਬੜੀ ਬਰਕਤ ਹੈ, ਬੜੀ ਸਤਿ ਹੈ, ਪਰ ਮਨੁੱਖ ਨੂੰ ਆਪਣੀ ਜ਼ਬਾਨ ਸਹੀ ਢੰਗ ਦੇ ਨਾਲ ਵਰਤਣ ਦੀ ਜਾਂਚ ਹੈ। ਤਾਂ ਮੇਰੇ ਪਾਤਸ਼ਾਹ ਕਹਿੰਦੇ ਨੇ ਜੋ ਰਸਨਾ ਨਾਲ ਫਿੱਕਾ ਬੋਲ ਰਿਹਾ ਹੈ ਉਹਨੇ ਆਪਣੀ ਰਸਨਾ ਦਾ ਸਹੀ ਇਸਤੇਮਾਲ ਨਹੀਂ ਕੀਤਾ ਔਰ ਇਸ ਤਰ੍ਹਾਂ ਦੇ ਬੰਦੇ ਦੇ ਮਨ ਵਿੱਚ ਵੀ ਬੜੀ ਫਿਕਿਆਈ ਆਉਂਦੀ ਹੈ, ਉਹਦਾ ਤਨ ਵੀ ਇਸ ਤੋਂ ਪ੍ਰਭਾਵਿਤ ਹੁੰਦਾ ਹੈ। ਇਸ ਤਰ੍ਹਾਂ ਦੇ ਮਨੁੱਖ ਦੀ ਚਰਚਾ ਵੀ ਜਗਤ ਵਿੱਚ ਇਹ ਹੋ ਜਾਂਦੀ ਹੈ ਵੀ ਇਹ ਤੇ ਫਿੱਕਾ ਹੈ, ਫਿੱਕਾ ਹੈ, ਉਹਦੀ ਕੋਈ ਰਸਦਾਇਕ ਸ਼ੋਭਾ ਨਹੀਂ ਬਣਦੀ। ਫਿੱਕਾ ਦਰਗੇ ਸੱਟੀਏ ਮੋਹ ਥੁੱਕਾਂ ਫਿੱਕੇ ਪਾਏ। ਫਿੱਕਾ ਜਿਹੜਾ ਬੋਲਣ ਵਾਲਾ ਹੈ ਉਹ ਦਰਗਾਹ ਦੇ ਵਿੱਚ ਹੀ ਪ੍ਰਵਾਨ ਨਹੀਂ, ਸੁੱਟ ਦਿੱਤਾ ਜਾਂਦਾ ਹੈ, ਭਾਵ ਉਸ ਨੂੰ ਜਨਮ ਮਰਨ ਦੇ ਚੱਕਰ ਦੇ ਵਿੱਚ ਪਾ ਦਿੱਤਾ ਜਾਂਦਾ ਹੈ, ਉਹ ਪ੍ਰਭੂ ਨੂੰ ਕਬੂਲ ਨਹੀਂ। ਫਿਰ ਸਾਹਿਬ ਕਹਿੰਦੇ ਨੇ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਫਿੱਕਾ ਤੇ ਵਾਸਤਵਿਕ ਮੂਰਛਿਤ ਹੈ, ਬੇਹੋਸ਼ ਹੈ, ਐਸਾ ਬੋਲਦਾ ਹੈ, ਅਗਲੇ ਨੂੰ ਫਿੱਕਾ ਕਰਦਾ ਹੈ, ਸਵੈਮ ਫਿੱਕਾ ਹੁੰਦਾ ਹੈ। ਇਸ ਤਰ੍ਹਾਂ ਬੋਲਣ ਕਰਕੇ ਕਈ ਦਫਾ ਇਹ ਜਗਤ ਦੇ ਵਿੱਚ ਬੇਇੱਜ਼ਤ ਹੁੰਦਾ ਹੈ, ਇਹ ਸਿਰ ਤੇ ਜੁੱਤੀਆਂ ਖਾਂਦਾ ਹੈ ਔਰ ਦਰਗਾਹ ਦੇ ਵਿੱਚ ਵੀ ਦੁੱਖ ਭੋਗਦਾ ਹੈ। ਤਾਂ ਮੂਲ ਗੱਲ ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਜ਼ਬਾਨ ਦਾ ਸਹੀ ਇਸਤੇਮਾਲ ਚਾਹੀਦਾ ਹੈ। ਜੀਵਨ ਸਾਡੇ ਕੋਲ ਹੈ
ਤੇ ਜੀਵਨ ਦੇ ਵਿੱਚ ਇਹ ਰਸਨਾ ਬੜੀ ਅਜ਼ੀਮ ਹੈ, ਬੜੀ ਮਹਾਨ ਹੈ। ਅਗਰ ਇਸ ਦੀ ਵਰਤੋਂ ਸਹੀ ਨਾ ਹੋਈ, ਇਸ ਦਾ ਇਸਤੇਮਾਲ ਸਹੀ ਨਾ ਹੋਇਆ ਤਾਂ ਜੀਵਨ ਜ਼ਾਇਆ ਚਲਾ ਜਾਂਦਾ ਹੈ, ਰਾਏਗਾਂ ਚਲਾ ਜਾਂਦਾ ਹੈ। ਦੂਸਰਾ ਸ਼ਲੋਕ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ। ਅੰਦਰੋਂ ਤੇ ਝੂਠਾ ਹੈ ਪਰ ਪੈਜ ਬਾਹਰ, ਬਾਹਰੋਂ ਇੱਜ਼ਤ ਬਣਾਈ ਹੋਈ ਹੈ ਇਸਨੇ, ਬਾਹਰੋਂ ਆਪਣੀ ਪੈਜ ਰੱਖੀ ਹੋਈ ਹੈ। ਦੁਨੀਆ ਅੰਦਰ ਫੈਲ, ਤੇ ਦੁਨੀਆ ਦੇ ਚ ਇਸ ਢੰਗ ਨਾਲ ਫੈਲਾਓ ਵੀ ਫੈਲਾਇਆ ਹੋਇਆ ਇਸਨੇ ਆਪਣੀ ਇੱਜ਼ਤ ਦਾ, ਜਦ ਕਿ ਇਹ ਅੰਦਰੋਂ ਝੂਠ ਹੈ। ਮਨੁੱਖ ਦੋ ਰੰਗੀ ਹੋ ਸਕਦਾ ਹੈ, ਅੰਦਰ ਕੁਛ ਹੋਰ ਤੇ ਬਾਹਰ ਕੁਛ ਹੋਰ। ਪਸ਼ੂ ਜਗਤ ਅੰਦਰੋਂ ਬਾਹਰੋਂ ਇੱਕ ਹੈ, ਲੇਕਿਨ ਆਮ ਮਨੁੱਖ ਅੰਦਰ ਕੁਛ ਹੋਰ ਹੋ ਸਕਦਾ ਹੈ, ਬਾਹਰ ਕੁਛ ਹੋਰ ਹੋ ਸਕਦਾ ਹੈ। ਇਸ ਵਾਸਤੇ ਮਨੁੱਖ ਜਿਤਨਾ ਮਨੁੱਖ ਤੋਂ ਧੋਖਾ ਖਾਂਦਾ ਹੈ, ਮਨੁੱਖ ਇਤਨਾ ਪਸ਼ੂਆਂ ਤੋਂ ਧੋਖਾ ਨਹੀਂ ਖਾਂਦਾ। ਕਿਉਂ? ਪਸ਼ੂ ਤੇ ਅੰਦਰੋਂ ਬਾਹਰੋਂ ਇੱਕ ਨੇ, ਪਰ ਮਨੁੱਖ ਅੰਦਰੋਂ ਬਾਹਰੋਂ ਇੱਕ ਨਹੀਂ ਹੈ। ਮਹਾਰਾਜ ਕਹਿੰਦੇ ਅੰਦਰ ਤੇ ਝੂਠ ਹੈ ਪਰ ਬਾਹਰ ਇੱਜ਼ਤ ਮਾਣ ਮਰਿਆਦਾ ਬਣਾਈ ਹੋਈ ਹੈ, ਔਰ ਬੜਾ ਇੱਜ਼ਤ ਦਾ ਫੈਲਾਓ ਕੀਤਾ ਹੋਇਆ ਹੈ। 68 ਤੀਰਥ ਜੇ ਨਾਵੇ ਉਤਰੈ ਨਾਹੀ ਮੈਲ। ਐਸਾ ਮਨੁੱਖ ਜੇ ਅੰਦਰੋਂ ਝੂਠਾ ਹੈ ਤੇ ਬਾਹਰੋਂ ਹੀ ਇੱਜ਼ਤ ਦਾ ਪ੍ਰਗਟਾਵਾ ਹੈ। ਜੇ 68 ਤੀਰਥਾਂ ਦਾ ਵੀ ਇਸ਼ਨਾਨ ਕਰੇ ਤਾਂ 68 ਤੀਰਥ ਵੀ ਉਸ ਦੀ ਮਨ ਦੀ ਝੂਠ ਨੂੰ ਉਤਾਰਨ ਵਿੱਚ ਅਸਫਲ ਹੋਣਗੇ, ਉਹਦੇ ਮਨ ਦੀ ਮੈਲ ਨੂੰ ਧੋ ਨਹੀਂ ਸਕਣਗੇ। ਕਿਉਂਕਿ ਆਮ ਐਸੀ ਮਨੋਤ ਹੈ ਕਿ ਤੀਰਥਾਂ ਦੇ ਇਸ਼ਨਾਨ ਦੇ ਨਾਲ ਮੈਲ ਲੈ ਜਾਂਦੀ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, 68 ਤੀਰਥ ਜੇ ਨਾਵੇ ਉਤਰੇ ਨਾਹੀ ਮੈਲ। ਪਰ ਇਸ ਤੋਂ ਉਲਟ ਦੂਸਰੇ ਪਾਸੇ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਜੋ ਬਾਹਰੋਂ ਤੇ ਗੋਦੜੀ ਵਿੱਚ ਨੇ, ਰੇਸ਼ਮ ਅੰਦਰ ਹੈ, ਅੰਦਰ ਸੱਚ ਹੈ, ਅੰਦਰ ਮਿਠਾਸ ਹੈ, ਪਟ ਅੰਦਰ ਕੋਮਲਤਾ ਹੈ, ਲੇਕਿਨ ਬਾਹਰੋਂ ਐਵੇਂ ਦਿਖਾਓ ਮਾਤਰ ਰੁੱਖਾਪਣ ਪ੍ਰਤੀਤ ਹੁੰਦਾ ਹੈ। ਕਿਸੇ ਨਾਲ ਸਾਂਝ ਨਹੀਂ, ਕਿਸੇ ਨਾਲ ਬੋਲਣਾ ਨਹੀਂ, ਖਾਮੋਸ਼ ਇਕਾਂਤ ਇੱਕ ਪਾਸੇ ਬੈਠੇ ਨੇ। ਇਸ ਤਰ੍ਹਾਂ ਦੇ ਮਨੁੱਖ ਨੂੰ ਆਮ ਦੁਨੀਆਦਾਰ ਕਹਿ ਦਿੰਦੇ ਨੇ, ਬੜਾ ਰੁੱਖਾ ਹੈ, ਕਿਸੇ ਨਾਲ ਸਾਂਝ ਨਹੀਂ ਬਣਾਉਂਦਾ, ਬੜਾ ਫਿੱਕਾ ਹੈ, ਕਿਸੇ ਨਾਲ ਜੁੜਦਾ ਨਹੀਂ। ਪਰ ਕੌਣ ਦੱਸੇ, ਜਦ ਕੋਈ ਆਪਣੇ ਆਪ ਦੇ ਨਾਲ ਜੁੜ ਜਾਂਦਾ ਹੈ, ਮੁਸ਼ਕਿਲ ਹੈ ਉਸ ਦੀ ਕਿਧਰੇ ਜਗਤ ਦੇ ਨਾਲ ਸਾਂਝ ਜੁੜੇ। ਕਿਉਂਕਿ ਜਗਤ ਜਿਸ ਢੰਗ ਨਾਲ ਜੀ ਰਿਹਾ ਹੁੰਦਾ ਹੈ, ਉਸ ਢੰਗ ਨਾਲ ਉਸ ਦੀ ਸਾਂਝ ਜੁੜਦੀ ਨਹੀਂ, ਔਰ ਉਹ ਆਪਣੇ ਆਪ ਦੇ ਅੰਦਰ ਚਲਾ ਜਾਂਦਾ ਹੈ। ਔਰ ਇਤਨਾ ਅੰਦਰ ਚਲਾ ਜਾਂਦਾ ਹੈ, ਇਤਨੀ ਗਹਿਰਾਈ ਦੇ ਚਲਾ ਜਾਂਦਾ ਹੈ ਕਿ ਆਮ ਸੰਸਾਰ ਉਹਦੇ ਅੰਦਰ ਝਾਤੀ ਵੀ ਨਹੀਂ ਮਾਰ ਸਕਦਾ। ਤਾਂ ਪਾਤਸ਼ਾਹ ਕਹਿੰਦੇ ਨੇ, ਅੰਦਰ ਤੇ ਉਹ ਰੇਸ਼ਮ ਦੀ ਤਰ੍ਹਾਂ ਕੋਮਲ ਹੈ, ਜਿਨ ਪਟ ਅੰਦਰ, ਪਰ ਬਾਹਰ ਗੁੱਦੜ, ਬਾਹਰੋਂ ਗੋਦੜੀ ਹੈ। ਅੰਦਰੋਂ ਕੋਮਲਤਾ ਹੈ, ਬਾਹਰੋਂ ਕੋਠੋਰਤਾ ਦਿਖਾਈ ਦਿੰਦੀ ਹੈ। ਅੰਦਰ ਮਿਠਾਸ ਹੈ, ਬਾਹਰੋਂ ਫਿੱਕਾਪਨ ਦਿਖਾਈ ਦਿੰਦਾ ਹੈ। ਪ੍ਰਤੀਤ ਹੁੰਦਾ ਹੈ ਉਹ ਵਾਸਤਵਿਕ ਫਿੱਕਾ ਹੈ ਨਹੀਂ, ਪਰ ਐਸਾ ਮਹਿਸੂਸ ਹੁੰਦਾ ਹੈ, ਰੁੱਖਾਪਣ ਮਹਿਸੂਸ ਹੁੰਦਾ ਹੈ। ਮਹਾਰਾਜ ਕਹਿੰਦੇ ਨੇ, ਤੇ ਭਲੇ ਸੰਸਾਰ। ਸੰਸਾਰ ਦੇ ਵਿੱਚ ਇਹ ਭਲੇ ਨੇ ਉਹਨਾਂ ਨਾਲੋਂ ਜਿਨ੍ਹਾਂ ਦੇ ਅੰਦਰ ਤੇ ਝੂਠ ਹੈ ਪਰ ਬਾਹਰੋਂ ਪ੍ਰਗਟਾਵਾ ਸੱਚ ਦਾ। ਅੰਦਰ ਤੇ ਬੜੀ ਕਠੋਰਤਾ ਹੈ ਤੇ ਬਾਹਰੋਂ ਬੜੀ ਕੋਮਲਤਾ ਦਾ ਪ੍ਰਗਟਾਵਾ। ਅੰਦਰ ਤੇ ਬੜਾ ਅਨਰਥ ਹੈ ਪਰ ਬਾਹਰੋਂ ਬੜੀ ਮਾਣ ਮਰਿਆਦਾ ਬਣਾਈ ਹੋਈ ਹੈ। ਉਹਨਾਂ ਨਾਲ ਇਹ ਚੰਗੇ ਨੇ ਜੋ ਅੰਦਰੋਂ ਤੇ ਰੇਸ਼ਮ ਦੀ ਤਰ੍ਹਾਂ ਕੂਲੇ ਨੇ, ਕੋਮਲ ਨੇ, ਪਰ ਬਾਹਰੋਂ ਗੁੱਦੜ ਦੀ ਤਰ੍ਹਾਂ ਰੁੱਖੇ ਨੇ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿਨ ਨਿਉ ਲੱਗਾ ਰੱਬ ਸੇਤੀ ਦੇਖਨੇ ਵਿਚਾਰ। ਜੇ ਗੌਰ ਨਾਲ ਦੇਖੀਏ ਤੇ ਉਹ ਅੰਦਰੋਂ ਪ੍ਰਭੂ ਨਾਲ ਜੁੜੇ ਹੋਏ ਨੇ, ਅਕਾਲ ਪੁਰਖ ਨਾਲ ਜੁੜੇ ਹੋਏ ਨੇ, ਔਰ ਅੰਦਰ ਇੱਕ ਵਿਚਾਰ ਚੱਲਦੀ ਹੈ ਕਿ ਦੇਖਨੇ ਵਿਚਾਰ, ਦੇਖਣ ਦੀ ਵਿਚਾਰ ਚੱਲਦੀ ਹੈ। ਪ੍ਰਮਾਤਮਾ ਨਾਲ ਪਿਆਰ ਪਾਇਆ ਹੋਇਆ ਹੈ ਔਰ ਉਹਨੂੰ ਦੇਖਣ ਦੀ ਵਿਚਾਰ ਪਈ ਚੱਲਦੀ ਹੈ, ਦੇਖਣ ਦੀ ਸੋਚਣੀ ਪਈ ਚੱਲਦੀ ਹੈ, ਚਿੰਤਨ ਚੱਲ ਰਿਹਾ ਹੈ, ਯਾਦ ਚੱਲ ਰਹੀ ਹੈ, ਤਾਂ ਕਿ ਉਸ ਨੂੰ ਸਾਖਸ਼ਾਤ ਵੇਖ ਸਕੀਏ, ਮਹਿਸੂਸ ਕਰ ਸਕੀਏ। ਐਸੇ ਜਿਹੜੇ ਪੁਰਸ਼ ਨੇ, ਮਹਾਰਾਜ ਕਹਿੰਦੇ ਨੇ, ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ। ਉਹਨਾਂ ਦੇ ਹਾਸੇ ਦੇ ਵਿੱਚ ਵੀ ਕੋਮਲਤਾ ਹੈ, ਮਧੁਰਤਾ ਹੈ, ਮਿਠਾਸ ਹੈ। ਰੰਗ ਰੋਵੇ, ਪਰ ਉਹਨਾਂ ਦੇ ਰੋਣ ਦੇ ਵਿੱਚ ਵੀ ਕੋਮਲਤਾ ਹੈ, ਮਿਠਾਸ ਹੈ, ਮਧੁਰਤਾ ਹੈ।
ਆਮ ਬੰਦੇ ਦਾ ਹਾਸਾ ਵੀ ਕਠੋਰ ਹੋ ਸਕਦਾ ਹੈ। ਇੱਥੇ ਇੱਕ ਤਰਕ ਖੜੀ ਹੋ ਸਕਦੀ ਹੈ, ਹਾਸੇ ਦੇ ਵਿੱਚ ਕਠੋਰਤਾ। ਹਾਂ, ਚੱਲਦਾ ਹੋਇਆ ਮਨੁੱਖ ਠੋਕਰ ਖਾ ਕੇ ਕਿਧਰੇ ਗਿਰ ਗਿਆ ਤੇ ਅਸੀਂ ਹੱਸ ਪਿਆ, ਇਹ ਹਾਸਾ ਕਠੋਰ ਹਾਸਾ ਹੈ। ਕਿਸੇ ਦੇ ਘਰ ਨੂੰ ਕੋਈ ਕਲੰਕ ਲੱਗ ਗਿਆ ਹੈ, ਦਾਗ ਲੱਗ ਗਿਆ ਹੈ, ਦੀਵਾਲੀਆ ਹੋ ਗਿਆ ਹੈ, ਨੁਕਸਾਨ ਹੋ ਗਿਆ ਹੈ, ਅਸੀਂ ਹੱਸ ਪਿਆ ਤਾਂ ਸਾਡਾ ਹਾਸਾ ਕਿਸੇ ਤੇ ਨੁਕਸਾਨ ਤੇ ਖੜਾ ਹੈ, ਸਾਡਾ ਹਾਸਾ ਕਿਸੇ ਦੀ ਕਮਜ਼ੋਰੀ ਤੇ ਖੜਾ ਹੈ, ਸਾਡਾ ਹਾਸਾ ਕਿਸੇ ਦੀ ਬੇਇੱਜ਼ਤੀ ਤੇ ਖੜਾ ਹੈ। ਸਾਡਾ ਹਾਸਾ ਤਾਂ ਹੀ ਉਤਪੰਨ ਹੋਵੇਗਾ ਕਿ ਚੱਲਦਾ ਹੋਇਆ ਮਨੁੱਖ ਗਿਰੇ, ਕਿਸੇ ਦੀ ਪੱਗ ਲੈ ਗਈ ਹੈ, ਖਿੜਖਿੜਾ ਕੇ ਹੱਸ ਪਿਆ, ਇਹ ਹਾਸਾ ਬੜਾ ਕਠੋਰ ਹੈ ਔਰ ਇਸ ਹਾਸੇ ਤੋਂ ਚੋਟ ਪਹੁੰਚਦੀ ਹੈ, ਜ਼ਖਮ ਪਹੁੰਚਦੇ ਨੇ। ਰੰਗ ਰੋਵੇ, ਰੋਣਾ ਵੀ ਆਪਣੇ ਆਪ ਦੇ ਵਿੱਚ ਪਰਿਪੂਰਨ ਪ੍ਰਮਾਤਮਾ ਦੀ ਇੱਕ ਬਹੁਤ ਵੱਡੀ ਦੇਣ ਹੈ। ਇਸ ਰੋਣੇ ਨਾਲ ਅੰਦਰ ਦੇ ਬੜੇ ਗੁਬਾਰ ਨਿਕਲ ਜਾਂਦੇ ਨੇ। ਲੇਕਿਨ ਐਸਾ ਵੀ ਹੋ ਸਕਦਾ ਹੈ ਕਿ ਰੋ ਕੇ ਬੰਦਾ ਆਪਣੇ ਅੰਦਰ ਬੜੇ ਭਾਰੀ ਗੁਬਾਰ ਪਾ ਲਵੇ। ਰੋਣਾ ਵੀ ਦੋ ਤਰ੍ਹਾਂ ਦਾ ਹੈ, ਜੇ ਹੱਸਣਾ ਦੋ ਤਰ੍ਹਾਂ ਦਾ ਹੈ। ਹਾਸੇ ਦੇ ਵਿੱਚ ਕੋਮਲਤਾ, ਹੱਸਿਆ ਇੱਕ ਭਗਤ ਵੀ, ਪਰ ਕਿਉਂ ਹੱਸਿਆ? ਬਹੁਤ ਬਾਰੀਕ ਚਿੰਤਨ ਜਿਨ੍ਹਾਂ ਲੋਕਾਂ ਨੇ ਹਾਸੇ ਦਾ ਕੀਤਾ ਹੈ, ਹਾਸਾ ਅਕਸਰ ਕਮਜ਼ੋਰੀ ਤੇ ਹੀ ਆਵੇਗਾ, ਮਹਾਨ ਤੇ ਨਹੀਂ ਆ ਸਕਦਾ। ਕਿ ਫਲਾਣਾ ਬੰਦਾ ਤੇ ਫਲਾਣੇ ਤੇ ਹੱਸ ਪਿਆ ਹੈ, ਕਤਈ ਇਹ ਸੁਣਨ ਦੇ ਚ ਨਹੀਂ ਆਇਆ ਕਿ ਫਲਾਣਾ ਮਨੁੱਖ ਫਲਾਣੇ ਤੇ ਰੋਇਆ ਹੈ, ਫਲਾਣਾ ਮਨੁੱਖ ਤੇ ਫਲਾਣੀ ਘਟਨਾ ਦੇਖ ਕੇ ਹੱਸ ਪਿਆ ਹੈ। ਹਾਸਾ ਕਮਜ਼ੋਰੀ ਤੇ ਆਵੇਗਾ। ਇਸ ਵਾਸਤੇ ਜਿੱਥੇ ਮਜ਼ਾਕਬਾਜ਼ੀ ਚੱਲਦੀ ਹੈ, ਮਸਖਰਾਪਣ ਚੱਲਦਾ ਹੈ, ਤਾਂ ਮਜ਼ਾਕ ਦੇ ਚ ਵੀ ਜਿਤਨੇ ਚਿਰ ਤੱਕ ਅਸੀਂ ਦੂਸਰੇ ਨੂੰ ਨੀਵਾਂ ਨਾ ਸਾਬਤ ਕਰੀਏ, ਹੱਸ ਨਹੀਂ ਸਕਾਂਗੇ। ਹਾਸਾ ਤੇ ਤਾਂ ਪੈਦਾ ਹੋਵੇਗਾ ਕਿ ਦੂਸਰੇ ਨੂੰ ਨੀਵਾਂ ਕਰੀਏ। ਅਗਰ ਉਹ ਮਹਾਨ ਉਸੇ ਤਰੀਕੇ ਨਾਲ ਬਣਿਆ ਹੀ ਰਿਹਾ ਤੇ ਉਸ ਨੂੰ ਨੀਵਾਂ ਨਾ ਕਰ ਸਕੇ ਤਾਂ ਹਾਸਾ ਤਾਂ ਪੈਦਾ ਹੀ ਨਹੀਂ ਹੋ ਸਕਦਾ। ਹੱਸੀ ਉਦੋਂ ਹੀ ਪੈਦਾ ਹੁੰਦੀ ਹੈ ਜਦ ਕਿਸੇ ਨੂੰ ਛੋਟਾ ਕਰੀਏ ਜਾਂ ਕੋਈ ਛੋਟਾ ਹੋਵੇ। ਤਾਂ ਇੱਥੇ ਸਵਾਲ ਪੈਦਾ ਹੁੰਦਾ ਹੈ, ਜੇ ਹਾਸਾ ਬਿਲਕੁਲ ਛੋਟੇਪਣ ਤੇ ਹੀ ਆਉਂਦਾ ਹੈ, ਕਮਜ਼ੋਰੀ ਤੇ ਹੀ ਆਉਂਦਾ ਹੈ, ਤਾਂ ਮਹਾਂਪੁਰਸ਼ ਕਿਉਂ ਹੱਸਦੇ ਨੇ? ਉਹ ਕਿਸ ਤੇ ਹੱਸਦੇ ਨੇ? ਉਹ ਕਿਉਂ ਹੱਸਦੇ ਨੇ? ਉਹ ਕਿਸੇ ਦੀ ਕਮਜ਼ੋਰੀ ਤੇ ਨਹੀਂ ਹੱਸਦੇ, ਉਹ ਆਪਣੀ ਕਮਜ਼ੋਰੀ ਤੇ ਹੱਸਦੇ ਨੇ। ਉਹ ਕਿਸੇ ਦੇ ਔਗਣਾਂ ਨੂੰ ਵੇਖ ਕੇ ਨਹੀਂ ਹੱਸਦੇ, ਉਹ ਆਪਣੇ ਅੰਦਰ ਕਿਸੇ ਖਾਮੀ ਨੂੰ ਵੇਖ ਕੇ ਹੱਸਦੇ ਨੇ। ਉਹ ਕਿਸੇ ਦੇ ਗਿਰਨ ਤੇ ਨਹੀਂ ਹੱਸਦੇ, ਅੱਜ ਤੱਕ ਜੋ ਜ਼ਿੰਦਗੀ ਦੇ ਵਿੱਚ ਆਪ ਗਿਰੇ ਹੁੰਦੇ ਨੇ ਥਾਂ ਥਾਂ ਤੇ, ਉਹਨੂੰ ਯਾਦ ਕਰਕੇ ਹੱਸ ਪੈਂਦੇ ਨੇ। ਇਸੇ ਨੂੰ ਬਾਬਾ ਫਰੀਦ ਨੇ ਕਿਹਾ, ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼। ਦੁਨੀਆ ਤੇ ਮੈਨੂੰ ਦਰਵੇਸ਼ ਕਹਿੰਦੀ ਹੈ, ਪਰ ਮੈਂ ਦਰਵੇਸ਼ ਨਹੀਂ ਹਾਂ, ਮੈਂ ਤੇ ਔਗਣਾਂ ਨਾਲ ਭਰਿਆ ਹੋਇਆ। ਇੱਕ ਪਹਿਚਾਣ ਹੈ ਇਸ ਸਤਪੁਰਸ਼ ਦੀ ਕਿ ਜਦ ਉਹ ਆਤਮ ਚਿੰਤਨ ਕਰੇਗਾ ਤੇ ਚਿੰਤਨ ਕਰਦਾ ਕਰਦਿਆਂ ਗਹਿਰਾਈ ਦੇ ਚ ਜਾਏਗਾ, ਹੱਸੇਗਾ, ਲਾਜ਼ਮੀ ਹੱਸੇਗਾ। ਕਿਉਂਕਿ ਪਹਿਲੇ ਪਹਿਲੇ ਤੇ ਉੱਪਰ ਔਗਣੀ ਨੇ ਜੋ ਮਹਾਂਪੁਰਸ਼ ਨੂੰ ਦਿਖਾਈ ਦਿੰਦੇ ਨੇ। ਇਸੇ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਨੇ ਫਰਮਾਨ ਕੀਤਾ, ਹਰ ਜਨ ਗੁਣ ਗਾਵਤ ਹੱਸਿਆ। ਹਰੀ ਦਾ ਜਨ ਪ੍ਰਭੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਹੱਸ ਪਿਆ। ਪ੍ਰਭੂ ਤੇ ਹੱਸਿਆ ਨਹੀਂ, ਪ੍ਰਭੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਆਪਣੇ ਔਗਣ ਦਿਖਾਈ ਦਿੱਤੇ। ਪ੍ਰਭੂ ਦਾ ਗੁਣ ਤੇ ਇੱਕ ਐਸਾ ਦਰਪਣ ਹੈ, ਉਸੇ ਦਰਪਣ ਦੇ ਵਿੱਚ ਆਪਣੇ ਔਗਣ ਦਿਖਾਈ ਦੇਣ ਲੱਗ ਪੈਂਦੇ ਨੇ। ਔਰ ਉਸੇ ਕਰਕੇ ਮਹਾਂਪੁਰਸ਼ ਹੱਸ ਪੈਂਦਾ ਵੀ ਜਗਤ ਮੈਨੂੰ ਕੀ ਆਖਦਾ ਤੇ ਮੈਂ ਕੀ ਹਾਂ, ਮੈਂ ਆਪਣੇ ਆਪ ਨੂੰ ਕੀ ਸਮਝਦਾ ਤੇ ਵਾਸਤਵਿਕ ਦੇ ਵਿੱਚ ਮੈਂ ਕੀ ਹਾਂ। ਜਦ ਉਸ ਨੂੰ ਆਪਣੇ ਔਗਣ ਦਿਖਾਈ ਦਿੰਦੇ ਨੇ ਤਾਂ ਮਸਤੀ ਦੇ ਵਿੱਚ ਹੱਸ ਪੈਂਦਾ ਹੈ। ਇਸ ਹਾਸੇ ਦੇ ਵਿੱਚ ਵੀ ਕੋਮਲਤਾ ਹੈ, ਮਧੁਰਤਾ ਹੈ। ਆਮ ਮਨੁੱਖ ਜਦ ਰੋਂਦੇ ਨੇ ਕਿਸੇ ਮਿੱਤਰ ਦੇ ਵਿਛੋੜੇ ਚ, ਪੁੱਤਰ ਦੇ ਵਿਛੋੜੇ ਚ, ਪਰਿਵਾਰ ਦੇ ਵਿਛੋੜੇ ਚ, ਧਨ ਸੰਪਦਾ ਦੇ ਵਿਛੋੜੇ ਚ, ਇਹ ਜਿਹੜਾ ਰੋਣਾ ਹੈ ਇਹਦੀ ਆਪਣੀ ਕੀਮਤ ਹੈ, ਆਪਣਾ ਮੁੱਲ ਹੈ। ਪਰ ਭਗਤ ਵੀ ਰੋਂਦੇ ਨੇ ਪਰਮਾਤਮਾ ਦੇ ਵਿਛੋੜੇ ਚ, ਈਸ਼ਵਰ ਦੇ ਵਿਛੋੜੇ ਚ। ਈਸ਼ਵਰ ਚੂੰਕਿ ਅਮੁੱਲ ਹੈ, ਬੇਸ਼ਕੀਮਤ ਹੈ, ਐਸੇ ਮਹਾਂਪੁਰਸ਼ਾਂ ਦਾ ਰੋਣਾ ਵੀ ਬੜਾ ਬੇਸ਼ਕੀਮਤ ਹੈ, ਅਮੁੱਲ ਹੈ। ਔਰ ਉਹਨਾਂ ਦਾ ਇੱਕ ਇੱਕ ਹੰਝੂ, ਉਸ ਤੇ ਹਜ਼ਾਰਾਂ ਹੀਰੇ ਮੋਤੀ ਕੁਰਬਾਨ ਕੀਤੇ ਜਾ ਸਕਦੇ ਨੇ। ਉਹ ਹੰਝੂ ਨਹੀਂ, ਉਹ ਤੇ ਮੋਤੀ ਨੇ। ਉਹ ਹੰਝੂ ਨਹੀਂ, ਉਹ ਤੇ ਐਸੇ ਦਰਿਆ ਨੇ ਜੋ ਸਾਰਾ ਗੁਬਾਰ ਅੰਦਰ ਦਾ ਧੋ ਦਿੰਦੇ ਨੇ, ਸਾਰੀ ਮਹਿਲ ਨੂੰ ਅੰਦਰੋਂ ਧੋ ਦਿੰਦੇ ਨੇ। ਇਸੇ ਨੂੰ ਨੰਦ ਲਾਲ ਨੇ ਕਿਹਾ, ਦੋ ਚਸ਼ਮ ਮਨ ਕੇ ਦਰਿਆਏ ਅਜ਼ੀਮੁਲ ਸ਼ਾਨ ਐ ਗੋਇਆ, ਜ਼ਹਿਰ ਅਸ਼ਕਮ ਬਵਦ ਸ਼ਾਦਾਬੀਏ ਸਰਬਾਗ ਬਾਗ ਇੰਜਾ। ਆਪ ਕਹਿੰਦੇ ਨੇ, ਮੇਰੀ ਦੋ ਅੱਖਾਂ ਚੋਂ ਨਿਕਲੇ ਹੋਏ ਦੋ ਹੰਝੂ
ਅਜ਼ੀਮੁਲ ਸ਼ਾਨ ਦਰਿਆ ਨੇ ਮੇਰੇ ਹਿਰਦੇ ਦੀ ਧਰਤੀ ਨੂੰ ਸਰਸਬਜ਼ ਕਰ ਗਏ ਨੇ। ਤੇ ਸਿਰਫ ਮੈਨੂੰ ਇਹਨਾਂ ਨੇ ਸਬਜ਼ਾਜ਼ਾਰ ਨਹੀਂ ਬਣਾਇਆ, ਇਹਨਾਂ ਦਰਿਆਵਾਂ ਨਾਲ ਤੇ ਹਜ਼ਾਰਾਂ ਨੂੰ ਸਬਜ਼ਾਜ਼ਾਰ ਬਣਾਇਆ ਜਾ ਸਕਦਾ ਹੈ, ਬੇਸ਼ਤਰ ਨੂੰ ਸਬਜ਼ਾਜ਼ਾਰ ਬਣਾਇਆ ਜਾ ਸਕਦਾ ਹੈ। ਇਹ ਐਸੇ ਦਰਿਆ ਨੇ। ਤੋ ਸਾਹਿਬ ਕਹਿੰਦੇ ਨੇ ਮਹਾਂਪੁਰਸ਼ ਰੋਂਦੇ ਵੀ ਨੇ, ਪਰ ਉਹਨਾਂ ਦੇ ਰੋਣ ਦੇ ਵਿੱਚ ਵੀ ਬੜੀ ਕੀਮਤ ਹੈ, ਬੜਾ ਮੁੱਲ ਹੈ, ਬੜੀ ਮਧੁਰਤਾ ਹੈ। ਔਰ ਇਸੇ ਹੀ ਮਿਠਾਸ ਤੇ ਕੋਮਲਤਾ ਨੂੰ ਲੈ ਕੇ ਕਦੀ ਉਹ ਚੁੱਪ ਵੀ ਹੋ ਜਾਂਦੇ ਨੇ। ਉਹਨਾਂ ਦੀ ਖਾਮੋਸ਼ੀ ਦੇ 'ਚ ਵੀ ਰਸ ਹੈ, ਉਹਨਾਂ ਦੇ ਰੋਣ ਦੇ 'ਚ ਵੀ ਰਸ ਹੈ, ਉਹਨਾਂ ਦੇ ਹਾਸੇ ਦੇ 'ਚ ਵੀ ਰਸ ਹੈ, ਜਦ ਕਿ ਆਮ ਬੰਦੇ ਦੇ ਹਾਸੇ ਦੇ 'ਚ ਵੀ ਕਠੋਰਤਾ ਹੈ, ਰੋਣੇ ਦੇ 'ਚ ਵੀ ਕਠੋਰਤਾ ਹੈ, ਔਰ ਖਾਮੋਸ਼ੀ ਦੇ 'ਚ ਵੀ ਮਹਿਲਾਪਣ ਹੈ, ਕਠੋਰਤਾ ਹੈ। ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ, ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਏ। ਬੇਪਰਵਾਹ ਸਦਾ ਰੰਗ ਹਰਕੇ ਜਾਂਕੋ ਪਾਕ ਸੁਆਮੀ। ਇਸ ਤਰ੍ਹਾਂ ਦੇ ਪੁਰਸ਼ ਬੇਪਰਵਾਹ ਨੇ, ਪਰਵਾਹ ਨਹੀਂ ਕਿਸੇ ਦੀ, ਮੁਤਾਜ ਨਹੀਂ ਕਿਸੇ ਦੇ। ਹਾਂ, ਅਗਰ ਪਰਵਾਹ ਹੈ ਤਾਂ ਸੱਚੇ ਨਾਮ ਦੀ ਪਰਵਾਹ ਜ਼ਰੂਰ ਹੈ, ਉਸ ਦੇ ਉਹ ਆਪਣੇ ਆਪ ਨੂੰ ਮੁਤਾਜ ਜ਼ਰੂਰ ਮੰਨਦੇ ਨੇ। ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਏ। ਬਿਨਾਂ ਪਰਮਾਤਮਾ ਤੇ ਉਸ ਦੇ ਨਾਮ ਤੋਂ ਇਹ ਪਰਵਾਹ ਕਿਸੇ ਦੀ ਵੀ ਨਹੀਂ ਕਰਦੇ। ਦਰਵਾਟ ਉੱਪਰ ਖਰਚ ਮੰਗਾ ਜਬੇ ਦੇ ਤਾਂ ਖਾਏ। ਇਸ ਤਰ੍ਹਾਂ ਦੇ ਜਿਹੜੇ ਮਹਾਂਪੁਰਸ਼ ਨੇ ਉਹ ਹਰ ਵਕਤ ਪ੍ਰਭੂ ਦੇ ਦਰ ਤੇ ਹੀ ਨੇ, ਉਹ ਜਿੱਥੇ ਵੀ ਬੈਠੇ ਨੇ ਉਹਦੇ ਦਰ ਤੇ ਹੀ ਨੇ, ਕਿਉਂਕਿ ਉਸ ਦੀ ਯਾਦ ਦੇ 'ਚ ਨੇ, ਉਸ ਦੇ ਚਿੰਤਨ ਦੇ 'ਚ ਨੇ। ਔਰ ਉਹ ਪ੍ਰਮਾਤਮਾ ਜਦੋਂ ਵੀ ਦਿੰਦਾ ਹੈ ਔਰ ਜੈਸਾ ਵੀ ਦਿੰਦਾ ਹੈ ਉਹ ਖਾਂਦੇ ਨੇ ਔਰ ਉਸੇ ਤੋਂ ਹੀ ਮੰਗਦੇ ਨੇ। ਮਹਾਰਾਜ ਕਹਿੰਦੇ ਨੇ ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇਲ। ਦਰਗਾਹ ਇੱਕ ਹੀ ਹੈ, ਹੋਰ ਕੋਈ ਨਹੀਂ। ਔਰ ਜੀਵਾਂ ਦਾ ਲੇਖਾ ਜੋਖਾ ਕਰਨ ਵਾਲੀ ਕਲਮ ਵੀ ਇੱਕ ਹੀ ਹੈ, ਬਥੇਰੀਆਂ ਨਹੀਂ। ਉੱਥੇ ਹੀ ਹਮਾ ਤੁਮਾ ਮੇਲ, ਸਾਡਾ ਤੇ ਤੁਹਾਡਾ, ਚੰਗੇ ਤੇ ਮਾੜੇ ਸਾਰੇ ਜੀਵਾਂ ਦਾ ਮੇਲ ਹੁੰਦਾ ਹੈ, ਭਾਵ ਲੇਖਾ ਹੁੰਦਾ ਹੈ ਉਸ ਦੇ ਦਰਬਾਰ ਦੇ 'ਚ। ਦਰ ਲੈ ਲੇਖਾ ਪੀੜ ਛੁੱਟੇ ਨਾਨਕਾ ਜਿਉ ਤੇਲ। ਮਹਾਰਾਜ ਕਹਿੰਦੇ ਨੇ ਮਾੜੇ ਮਨੁੱਖ ਔਗਣੇ ਹਾਰੇ ਇੰਜ ਪੀੜੇ ਜਾਂਦੇ ਨੇ ਜਿਵੇਂ ਕੋਲੂ ਦੇ 'ਚ ਤਿਲ, ਤੇ ਜਿਵੇਂ ਤਿਲਾਂ ਦਾ ਤੇਲ ਪੀੜ ਕੇ ਕੱਢ ਦੇਈਦਾ ਹੈ, ਹੂ ਬਹੁ ਇਸ ਤਰ੍ਹਾਂ ਦੇ ਮਨੁੱਖ ਦੁੱਖਾਂ ਦੇ ਕੋਲੂ ਦੇ 'ਚ ਫਸਦੇ ਨੇ ਔਰ ਪੀੜੇ ਜਾਂਦੇ ਨੇ, ਤੜਪਦੇ ਨੇ, ਰੋਂਦੇ ਨੇ, ਕੁਰਲਾਉਂਦੇ ਨੇ। ਕਦੀ ਗੌਰ ਮੁਤਾਲਾ ਕਰੀਏ ਇਸ ਤਰੀਕੇ ਨਾਲ, ਦੁੱਖ ਹੀ ਕੋਲੂ ਹੈ ਔਰ ਦੁੱਖ ਦੇ 'ਚ ਉਹੀ ਪੈਂਦੇ ਨੇ ਜੋ ਔਗਣ ਹਾਰੇ ਨੇ। ਔਰ ਰੋਜ਼ ਰੋਜ਼ ਮਨੁੱਖ ਇਸ ਕੋਲੂ ਦੇ 'ਚ ਪੀੜਿਆ ਜਾ ਰਿਹਾ ਹੈ, ਜਨਮ ਦਰ ਜਨਮ, ਜਨਮ ਦਰ ਜਨਮ। ਤੇ ਸ਼ਾਇਦ ਹੁਣ ਆਦਤ ਵੀ ਬਣ ਗਈ ਹੈ ਕੋਲੂ ਦੇ 'ਚ ਆਪਣੇ ਆਪ ਨੂੰ ਭਿਆਣ ਦੀ। ਮਨੁੱਖ ਨੇ ਆਪਣੇ ਦੁੱਖ ਵੀ ਬੜੇ ਸੰਜੋ ਕੇ ਰੱਖੇ ਨੇ। ਇਹੀ ਕਾਰਨ ਹੈ ਕਿ ਜਦ ਕਿਸੇ ਨਾਲ ਦੁੱਖਾਂ ਦੀ ਚਰਚਾ ਕਰਦਾ ਹੈ, ਬੜੀ ਵਧਾ ਕੇ ਕਰਦਾ ਹੈ। ਜੈਸੇ ਕਿ ਕੋਈ ਗੁਣਵਾਨ ਆਪਣੇ ਗੁਣਾਂ ਦੀ ਚਰਚਾ ਕਰਦਾ ਹੈ, ਕਈ ਦਫਾ ਬੜੀ ਵਧਾ ਕੇ ਕਰਦਾ ਹੈ। ਜਦ ਕੋਈ ਹੁਕਮਰਾਨ ਆਪਣੀ ਸਤਾ ਦੀ ਗੱਲ ਕਰਦਾ ਹੈ, ਬੜੀ ਵਧਾ ਕੇ ਗੱਲ ਕਰਦਾ ਹੈ। ਹੂ ਬਹੁ ਕੋਈ ਦੁਖੀ ਮਨੁੱਖ ਆਪਣੇ ਦੁੱਖਾਂ ਦੀ ਗੱਲ ਕਰਦਾ ਹੈ, ਬੜੀ ਵਧਾ ਕੇ ਕਰਦਾ ਹੈ। ਕਿਉਂ ਕਿ ਦੁਖੀ ਮਨੁੱਖ ਦੀ ਤੇ ਦੌਲਤ ਹੀ ਦੁੱਖ ਨੇ, ਇਸ ਤੋਂ ਇਲਾਵਾ ਤੇ ਉਸ ਦੀ ਕੋਈ ਦੌਲਤ ਹੀ ਨਹੀਂ। ਇਹ ਗੱਲ ਵੱਖਰੀ ਹੈ ਕਿ ਉਹਨੂੰ ਸਿਰਫ ਜ਼ੁਕਾਮ ਦਾ ਹੀ ਰੋਗ ਹੋਵੇ ਪਰ ਉਹ ਕੈਂਸਰ ਤੋਂ ਥੱਲੇ ਗੱਲ ਨਾ ਕਰੇ, ਕਿਉਂਕਿ ਇਸ ਤੋਂ ਬਿਨਾ ਉਸ ਦਾ ਅਹੰਕਾਰ ਪ੍ਰਗਟ ਨਹੀਂ ਹੋ ਸਕਦਾ। ਛੋਟੀ ਬਿਮਾਰੀ ਹੈ ਤਾਂ ਅਹੰਕਾਰ ਵੀ ਛੋਟਾ ਹੈ ਔਰ ਇਹ ਕਿਤਨਾ ਭयंकर ਮਾਨਸਿਕ ਰੋਗ ਹੈ ਕਿ ਮਨੁੱਖ ਆਪਣੇ ਅਹੰਕਾਰ ਦੀ ਤਾਮੀਰ ਕਰੇ ਦੁੱਖਾਂ ਦੇ ਆਸਰੇ ਤੇ, ਰੋਗਾਂ ਦੇ ਆਸਰੇ ਤੇ। ਵੀ ਤੈਨੂੰ ਤੇ ਮਾਮੂਲੀ ਜਿਹਾ ਰੋਗ ਹੈ, ਮੈਨੂੰ ਬਹੁਤ ਵੱਡਾ ਰੋਗ ਹੈ, ਤੈਨੂੰ ਤੇ ਥੋੜੇ ਮੋਟੇ ਦੁੱਖ ਨੇ, ਪਰ ਮੈਂ ਤੇ ਭयंकर ਦੁਖੀ ਹਾਂ। ਇਸ ਤਰੀਕੇ ਨਾਲ ਕਈ ਮਨੁੱਖਾਂ ਨੇ ਆਪਣੇ ਦੁੱਖ ਵੀ ਬੜੇ ਭयंकर ਢੰਗ ਨਾਲ ਸੰਜੋ ਕੇ ਰੱਖੇ ਨੇ ਔਰ ਬੜੇ ਸਵਾਦ ਨਾਲ ਆਪਣੇ ਦੁੱਖਾਂ ਦੀ ਚਰਚਾ ਕਰਦੇ ਨੇ। ਦੁੱਖਾਂ ਦਾ ਇਹ ਕੋਲੂ, ਇਸ ਦੇ 'ਚ ਹੀ ਮਨੁੱਖ ਪੀੜਿਆ ਜਾਂਦਾ ਹੈ। ਕੌਣ? ਜਿਹਦੇ ਕੋਲ ਔਗਣ ਨੇ, ਜਿਹਦੇ ਕੋਲ ਕਮਜ਼ੋਰੀਆਂ ਨੇ, ਜਿਹਦੇ ਕੋਲ ਰੁੱਖਾਪਣ ਹੈ, ਜਿਹਦੇ ਕੋਲ ਕਠੋਰਤਾ ਹੈ, ਪਰ ਜਿਸ ਦੇ ਕੋਲ ਮਧੁਰਤਾ ਹੈ। ਸਾਹਿਬ ਕਹਿੰਦੇ ਨੇ ਉਹਦੇ ਬੋਲਾਂ 'ਚ ਮਿਠਾਸ, ਉਹਦੀ ਦ੍ਰਿਸ਼ਟੀ ਦੇ 'ਚ ਮਿਠਾਸ, ਉਹ ਤੇ ਅੰਦਰੋਂ ਰੇਸ਼ਮ ਜੈਸਾ ਹੈ, ਬਾਹਰੋਂ ਹੀ ਸਿਰਫ ਕਠੋਰ ਦਿਖਾਈ ਦਿੰਦਾ ਹੈ ਔਰ ਉਹ ਪ੍ਰਭੂ ਦੀ ਦਰਗਾਹ ਦੇ 'ਚ ਕਾਬਲੇ ਕਬੂਲ ਹੈ, ਪ੍ਰਵਾਨ ਹੈ। ਪੌੜੀ। आपे ही करना कियो कल आपे ही ते धारिए। करना कियो, उस करते पुरख ने आप ही जगत दा करना कीता है, आप ही बनाया है। कल आपे ही ते धारिए, ते जीवां दे च आप ही उसने कला पा दी है। किहड़ी कला? जिंद दी कला।
यही कला है। सारी साजना करके ते ओदे च जिंद पा देनी। जिंद उसकी एक महान कला है, एक शक्ति है। महाराज कहते करता भी वो आप है, सवारण वाला भी वो आप है, शिंगारण वाला भी वो आप है। देखे कीता अपना धर कच्ची पक्की सारी है। महाराज कहते अपना कीता होया वो बड़े सोहने ढंग नाल वेखदा भी है। ऐसा नहीं है कि उसकी निगाह तो कोई चीज ओझल है। महाराज कहते नहीं, देखे कीता अपना, उसने जो अपना ये सब कुछ बनाया है अपनी निगाह दे हेठ रखिया है। और ऐसा भी नहीं कि कदी वो वेखदा होवे ते कदी ना वेखदा होवे। जदों ना वेखदा होवे उदों फिर जीव जितना अनर्थ करना चाहन कर लैन फिर, क्योंकि नहीं पिया वेखदा। आम कहावत है इस्लामी दुनिया च, खुदा हर वक्त देखता है। परमात्मा ते हर वक्त देखता है, ईश्वर ते हर वक्त देखता है। अगर वो भी किसी वक्त देखता है तो किसी वक्त नहीं देखता, फिर ते बंदे नूं खुल मिल गई। जितना अनर्थ करना है करो, जितना दुराचार करना है करो, जितना जबर करना है करो, पर नहीं, वो हर वक्त देख रहा है। इस वास्ते जगत दे रहकबरी पुरुष जीवां नूं चेतावनी देंदे ने कि कर्म करी संभाल के करनी, क्योंकि तेरे सारे कर्म उसकी दृष्टि दे विच ने। तू सारे दा सारा उदी निगाह दे च है, समूह ब्रह्मंड उदी निगाह दे च है। देखे कीता अपना धर कच्ची पक्की सारी है। चंगे ते माड़े, कच्चे ते पक्के, सारियां दी ओ सार लैंदा है, सारियां दी ओ संभाल करदा है। ऐसा नहीं कच्चे दी सार है ते पक्के दी नहीं, पक्के दी है ते कच्चे दी नहीं। पक्का फल जिहदे च रस है, पक्का फल स्वादी होंदा है, कच्चा कौड़ा कसैला होंदा है। जद भी किसी दी जिंदगी दे च कुड़तन देखो, दुख देखो, कठोरता देखो, बस इन्हां नूं कहना पैंदा है ये ते कच्चे ने। झड़ झड़ पैंदे कच्चे बिरही जिन्ना कार ना आई। कचपना ये कचियाई जीवन दे बहु पक्षी हो सकती है। कच्ची बुनियाद ते पक्के महल तामीर नहीं कीते जा सकते। कच्चे घड़े दे पानी लंबे समय तक नहीं रखा जा सकता। बाबा फरीद भी ऐसा कहते हैं, कच्चे भांडे रखिए किचरक ताही नीर। बाबा फरीद जी, कितने चिर तक कच्चे भांडे दे पानी रखा जाए, आखिर एकदम भांडा टूट जाएगा। और इसी तरीके नाल कच्चे मित्र, कच्चे सज्जन, जिन्हां दे अंदर कोई मिठास नहीं, कोई कोमलता नहीं, ये काबिले एतबार नहीं ने। साहिब कहते ने जगत विच देखदे हां जीव कुछ कच्चे ने कुछ पक्के ने। इस तरह जैसे पक्का फल मिठा होंदा है, कच्चा कौड़ा ते कसैला होंदा है। जो भी फिक्का बोल रहे, क्योंकि इस पौड़ी दे नाल मूल श्लोक साहिब गुरु नानक देव जी महाराज ने यही जोड़े ने। जो भी फिक्का बोल रहा है ते जिसदे हिरदे विच कठोरता है बस वो कच्चा है। जो भी मिठा बोल रहा है ते जिहदे हिरदे विच मिठास है, ये वो फल है जो पक्का है। पर कच्चे ते पक्के ये फल परमात्मा दी निगाह दे थल्ले ने। वो सारियां दी सार लैंदा है। किधरे कच्चा इस भुलेखे च ना पै जाए, मैं ते कचियाई वंडनी है, मैं ते फिक्कापन वंडांगा, मैं ते कौड़ापन वंडांगा, मेरे उत्ते केड़ी निगाह है। पर नहीं, वो माली ऐसा है, खबर करत है पत पात डाली। वो माली ऐसा है कि वो हर फुल, हर पत्ते और हर फल की संभाल करता है। कुछ भी उसकी नजरां तो ओले नहीं है। महाराज अगां चल के कहते ने, जो आया सो चल से सब कोई आई वारी है। महाराज कहते एक नियम अटल है, जो जगत विच आया है वो जाएगा। जो श्वास असी अंदर ले रहे हैं वो बाहर कढ़ांगे। ईश्वर दा नियम, रब्बी नियम। श्वास दा आना जाना इस गल दा प्रतीक है, जीवन दा आवना ते जावना है। महाराज कहते अपनी अपनी वारी लगी हुई है सब दी। जो आया सो चल सी सब कोई आई वारी है। जिसके जी प्राण हैं क्यों साहिब मनो विसारी है। महाराज कहते जिस जी दे अंदर प्राण चलते पे ने और जितनी देर तक चलते पे ने वो भुलावे क्यों। हर श्वास दे नाल उसनू याद करे। महाराज दी बाणी, दम दम सदा संभालदा दम न बिरथा जाए। दम दम दे उसनू याद कर, तेरा कोई दम भी व्यर्थ नहीं जाना चाहिए।
भाई साहब भाई नंद लाल कहते ने, वाए बर नफसे के बेहुदा गुजस्त अलगयास अज गफलते मां अलगयास। जेड़ा दम ऐ परमात्मा तेरी याद तो बिना लंघ जाता है, मैनू बहुत अफसोस होता है, मैनू बहुत दुख होता है। आखिर मेरे को जिंदगी पूंजी ते दमां दी है, ते ये पूंजी एवें चली गई, जाया चली गई। इसे नूं ही जफरनामे दी बाणी दे राही गुरु गोबिंद सिंह जी महाराज औरंगजेब नूं उपदेश करते ने, लबा लब्बे कुम दम बदम नोशकुन गमे दो हर दो आलम फरामोश कुन। जे दो जहाना दे गम तू दूर करना चाहना है तो दमा दे प्यालियां दे परमात्मा दा नाम भर ले, उसकी याद भर ले। तो साहिब कहते ने, जिस जी दे अंदर प्राण चल रहे ने, श्वास चल रहे ने, एक भी श्वास उसकी याद तो बिना नहीं लंघना चाहिए। एक भी श्वास मिठे बोलों तो बिना नहीं लंघना चाहिए। एक भी श्वास उसकी मस्ती तो बिना नहीं होना चाहिए। जिसके जी प्राण हैं क्यों साहिब मनो विसारिए, आपन हथी आपना आपे ही काज सवारिए। ये जो नाम जपण दा कम है, ये जो बंदगी करन दा कम है, ये जो जिंदगी सवारन दा कम है, ये किसी दूसरे ते ना सुट्टी दूसरा नहीं कर सकता। ये कम वो है जो तेनू आप ही करना पेगा। ये कम निजी है, बाकी अनेका ऐसे कम ने दूजे कर सकते ने। अपना हिरदा ते तेनू आप ही शुद्ध करना पेगा। हो सकता है तेरे कपड़े धोबी धो देवे, तेरे भांडे महरी मांज देवे, तेरा मकान कोई नौकर साफ कर देवे, तेरा दिल ये तू आप साफ करना होगा। हिरदे की सफाई ते तेनू स्वयं जो है करनी पेगी। आपन हथी आपना आपे ही काज सवारीए। आम एक मुगालता पै जाता है कि हजारां तरह के काम जे असी दूसरिਆਂ कोल करवा लेंदे हां, शायद ऐसा ही होवे बंदगी भी साडी थां ते कोई होर कर लैण। तो बड़ा जप चलदा है, धंधा चल रहा है जप दी दुनिया च। लै इतने पैसे ले ते मेरी थां ते माला फेर दें, हवन यज्ञ कर दें, पाठ कर दें। धर्म नहीं चल रहा। धर्म की दुनिया च बहुत वड्डा व्यापार चल रहा है। धर्म नहीं चल रहा, धर्म की दुनिया च बहुत वड्डा धंधा चल रहा है। सतगुरु ने साफ कह दिता है, आपन हथी आपना आपे ही काज सवारिए। ये जिहड़ा तेरा कम है बिल्कुल इतना निजी है कि तेनू खुद ही करना पेगा। जैसे किसी नू भुख लगी है ते आखे भोजन तू खा ले क्योंकि मेरी भुख मिट जाए, ऐसा नहीं हो सकता। तेनू खुद खाना पेगा। भोजन खुद खाएगा, भुख मिटेगी। पानी खुद पिएगा, प्यास मिटेगी। नाम खुद जपेगा, जीवन सफल होवेगा, यात्रा सफल होवेगी। इस वास्ते महाराज कहते मता किसी भुलेखे च पै जाए कि मेरी थां ते कोई होर जप कर लवे, हवन कर लवे, यज्ञ कर लवे, पाठ कर लवे, पूजा कर लवे, तीर्थां दा रटन कर लवे। नहीं, धंधे वाली बिरती ने इस तरह दे धर्म की दुनिया नू धंधे की रूप रेखा दे दी है। जबकि साहिब कहते नहीं, आपन हथी आपना आपे ही काज सवारी।